सत श्री अकाल प्यारे विद्यार्थियों। ਅੱਜ ਅਸੀਂ 9ਵੀਂ ਸ਼੍ਰੇਣੀ ਦੇ ਗਤੀ ਪਾਠ ਵਿੱਚੋਂ ਬਹੁਤ ਹੀ ਮਹੱਤਵਪੂਰਨ ਟੌਪਿਕ ਕਰਨ ਜਾ ਰਹੇ ਹਾਂ। ਇਸ ਟੌਪਿਕ ਨੂੰ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਚਿੱਤਰ ਰਾਹੀਂ ਦਰਸਾ ਸਕੋਗੇ। ਰੋਹਿਣੀ ਜੀ, ਕੀ ਤੁਸੀਂ ਕਦੇ ਹਾਈਵੇ ਤੇ ਕਾਰ ਚਲਾਉਂਦੇ ਆ ਖੰਭਿਆਂ ਦੇ ਉੱਤੇ ਕੋਈ ਨਿਰਧਾਰਤ ਸੀਮਾ ਜਾਂ ਸਪੀਡ ਲਿਮਟ ਦਾ ਬੋਰਡ ਵੇਖਿਆ ਹੈ? हाँ जी बिल्कुल नरेंद्र जी। उदाहरण ਲਈ ਅੰਮ੍ਰਿਤਸਰ ਦੇ ਹੀ ਭੰਡਾਰੀ ਪੁਲ ਤੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਸੀਮਾ ਯਾਨੀ ਕਿ ਸਪੀਡ ਲਿਮਿਟ ਦਾ ਬੋਰਡ ਲੱਗਿਆ ਹੋਇਆ ਹੈ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਇਹ ਹੈ ਕਿ ਮੈਂ ਹਾਈਵੇ ਤੇ ਜਾਣ ਦੌਰਾਨ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਚਾਲ ਵਧਾ ਨਹੀਂ ਸਕਦੀ। ਅੱਗੇ ਜਾ ਕੇ ਜਿੱਥੇ ਬੋਰਡ ਨਹੀਂ ਹੁੰਦੇ ਤੁਸੀਂ ਉੱਥੇ ਕਾਰ ਕਿਵੇਂ ਚਲਾਉਂਦੇ ਹੋ? ਉੱਥੇ ਜਿੱਥੇ ਬੋਰਡ ਨਹੀਂ ਲੱਗੇ ਹੁੰਦੇ ਉੱਥੇ ਮੈਂ ਆਪਣੀ ਕਾਰ ਦੀ ਚਾਲ ਵਧਾ ਸਕਦੀ ਹਾਂ। ਮੰਨ ਲਓ ਅੱਗੇ ਜਾ ਕੇ ਬਹੁਤ ਟ੍ਰੈਫਿਕ ਹੈ, ਹੁਣ ਤੁਸੀਂ ਕੀ ਕਰੋਗੇ? ਉੱਥੇ ਮੇਰੇ ਕਾਰ ਦੀ ਚਾਲ ਘਟਾਈ ਜਾ ਸਕਦੀ ਹੈ। ਰੋਹਿਣੀ ਜੀ, ਤੁਸੀਂ ਕਦੀ ਕਾਰ ਦੀ ਸਪੀਡ ਵਧਾ ਰਹੇ ਹੋ, ਕਿਤੇ ਘੱਟ ਕਰ ਰਹੇ ਹੋ? ਕੀ ਇਹ ਸਾਰੇ ਘਟਨਾਕ੍ਰਮ ਨੂੰ ਅਸੀਂ ਚਿੱਤਰ ਰਾਹੀਂ ਦਿਖਾ ਸਕਦੇ ਹਾਂ? ਹਾਂਜੀ ਬਿਲਕੁਲ ਵਿਦਿਆਰਥੀਓ, ਅਸੀਂ ਇਸ ਅਜਿਹੇ ਸਾਰੇ ਘਟਨਾਕ੍ਰਮ ਨੂੰ ਚਿੱਤਰ ਰਾਹੀਂ ਅੱਜ ਸਮਝਾਂਗੇ ਅਤੇ ਗ੍ਰਾਫ ਦੀ ਬਣਤਰ ਨਾਲ ਇਸ ਨੂੰ ਪੜਾਂਗੇ। ਵਿਦਿਆਰਥੀਓ, ਇਸ ਟੌਪਿਕ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਆਓ ਇਸ ਬਾਰੇ ਡਿਸਕਸ਼ਨ ਕਰੀਏ। ਕੀ ਤੁਸੀਂ ਦੱਸ ਸਕਦੇ ਹੋ ਕਿ ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਗੇਂਦ ਵਿਰਾਮ ਅਵਸਥਾ ਵਿੱਚ ਹੈ? ਗੇਂਦ 1, ਕਿਉਂਕਿ ਇਹ ਆਪਣੀ ਸਥਿਤੀ ਤੋਂ ਪਰਿਵਰਤਿਤ ਨਹੀਂ ਹੋ ਰਹੀ, ਜਦੋਂ ਕਿ ਗੇਂਦ 2 ਆਪਣੀ ओरिजिनल ਪੋਜੀਸ਼ਨ ਤੋਂ ਚੇਂਜ ਹੋ ਰਹੀ ਹੈ। ਬਿਲਕੁਲ ਸਹੀ। ਦੂਸਰਾ ਪ੍ਰਸ਼ਨ, ਦੂਰੀ ਅਤੇ ਵਿਸਥਾਪਨ ਵਿੱਚ ਮੁੱਖ ਅੰਤਰ ਕੀ ਹੈ? ਦੂਰੀ ਅਤੇ ਵਿਸਥਾਪਨ ਦਾ ਮੁੱਖ ਅੰਤਰ ਸਮਝਣ ਲਈ ਆਓ ਇੱਕ ਉਦਾਹਰਣ ਵੇਖੀਏ। ਇੱਕ ਵਿਦਿਆਰਥੀ ਅਮਰ ਕੋਲ ਘਰ ਤੋਂ ਸਕੂਲ ਜਾਣ ਲਈ 2 ਰਸਤੇ ਹਨ। ਪਹਿਲਾ ਰਸਤਾ A 2 ਕਿਲੋਮੀਟਰ ਲੰਬਾ ਹੈ ਅਤੇ ਦੂਸਰਾ ਰਸਤਾ B 3 ਕਿਲੋਮੀਟਰ ਲੰਬਾ ਹੈ। ਜਿਹੜਾ ਰਸਤਾ ਅਮਰ ਸਕੂਲ ਜਾਣ ਲਈ ਤੈਅ ਕਰੇਗਾ ਉਸ ਰਸਤੇ ਦੀ ਲੰਬਾਈ ਦੂਰੀ ਅਖਵਾਏਗੀ। ਵਿਦਿਆਰਥੀਓ, ਧਿਆਨ ਨਾਲ ਦੇਖੋ, ਅਮਰ ਇਹ ਰਸਤੇ ਰਾਹੀਂ ਸਕੂਲ ਜਾ ਰਿਹਾ ਹੈ। ਦੱਸੋ ਭਲਾ ਉਹਨੇ ਕਿੰਨੀ ਦੂਰੀ ਤੈਅ ਕੀਤੀ? ਬਿਲਕੁਲ ਸਹੀ, 2 ਕਿਲੋਮੀਟਰ। ਵਿਦਿਆਰਥੀਓ, ਹੁਣ ਅਮਰ ਸਕੂਲ ਤੋਂ ਘਰ ਜਾ ਰਿਹਾ ਹੈ। ਦੱਸੋ ਹੁਣ ਉਸਨੇ ਕਿੰਨੀ ਦੂਰੀ ਤੈਅ ਕੀਤੀ? 3 ਕਿਲੋਮੀਟਰ, ਕਿਉਂਕਿ ਉਹ B ਰਸਤੇ ਰਾਹੀਂ ਘਰ ਗਿਆ। ਲੇਕਿਨ ਉਸ ਦੇ ਘਰ ਅਤੇ ਸਕੂਲ ਵਿਚਕਾਰ ਸਭ ਤੋਂ ਘੱਟ ਦੂਰੀ ਹੈ ਸਿੱਧਾ ਰਸਤਾ, ਜਿਸ ਨੂੰ ਅਸੀਂ ਵਿਸਥਾਪਨ ਕਹਿੰਦੇ ਹਾਂ। ਚਿੱਤਰ 'ਚ ਦਿਖਾਏ ਅਨੁਸਾਰ ਲਾਲ ਰੰਗ ਦੀ ਰੇਖਾ ਜਿਸ ਦੀ ਲੰਬਾਈ 1 ਕਿਲੋਮੀਟਰ ਹੈ, ਉਹ ਵਿਸਥਾਪਨ ਹੈ। ਵਿਦਿਆਰਥੀਓ, ਇੱਕ ਚੀਜ਼ ਹੋਰ ਨੋਟ ਕਰੋ, ਵਿਸਥਾਪਨ ਦੂਰੀ ਤੋਂ ਜਾਂ ਘੱਟ ਜਾਂ ਬਰਾਬਰ ਹੋ ਸਕਦਾ ਹੈ। ਇਹ ਕਦੇ ਵੀ ਦੂਰੀ ਤੋਂ ਜ਼ਿਆਦਾ ਨਹੀਂ ਹੁੰਦਾ। ਤੀਸਰਾ ਪ੍ਰਸ਼ਨ, ਚਾਲ ਦੀ SI ਇਕਾਈ ਕੀ ਹੈ? ਚਾਲ ਜਾਂ ਸਪੀਡ ਦੀ SI ਇਕਾਈ ਹੈ ਮੀਟਰ ਪ੍ਰਤੀ ਸੈਕਿੰਡ। ਚੌਥਾ ਪ੍ਰਸ਼ਨ, ਕਿਸੇ ਵਸਤੂ ਦੇ ਅਸਮਾਨ ਗਤੀ ਵਿੱਚ ਹੋਣ ਦੀ ਕੋਈ ਉਦਾਹਰਣ ਦਿਓ। ਜਦੋਂ ਕੋਈ ਵੀ ਵਾਹਨ ਚੱਲਦਾ ਹੈ ਅਤੇ ਜਦੋਂ ਰੁਕਦਾ ਹੈ, ਉਸ ਵਕਤ ਉਸ ਦੀ ਗਤੀ ਅਸਮਾਨ ਹੁੰਦੀ ਹੈ। ਵਿਦਿਆਰਥੀਓ, ਹੁਣੇ ਅਸੀਂ ਅਮਰ ਦੇ ਘਰ ਤੋਂ ਸਕੂਲ ਜਾਣ ਅਤੇ ਵਾਪਸ ਆਉਣ ਦੀ ਦੂਰੀ ਪਤਾ ਕੀਤੀ।
ਹੁਣ ਅਸੀਂ ਇਸ ਦੂਰੀ ਨੂੰ ਗ੍ਰਾਫ ਰਾਹੀਂ ਪ੍ਰਦਰਸ਼ਿਤ ਕਰਾਂਗੇ। ਗ੍ਰਾਫ ਰਾਹੀਂ ਅਸੀਂ ਕੋਈ ਵੀ ਦੋ ਭੌਤਿਕ ਰਾਸ਼ੀਆਂ ਦੇ ਸੰਬੰਧ ਨੂੰ ਦਿਖਾ ਸਕਦੇ ਹਾਂ। ਗ੍ਰਾਫ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਰੋਜ਼ਾਨਾ ਜੀਵਨ ਦੀ ਉਦਾਹਰਨ ਲੈਂਦੇ ਹਾਂ। ਵਿਦਿਆਰਥੀਓ, ਤੁਹਾਡੀ ਖੇਡਾਂ 'ਚ ਰੁਚੀ ਤਾਂ ਹੋਵੇਗੀ ਹੀ। ਕ੍ਰਿਕਟ ਮੈਚ ਨੂੰ ਅਕਸਰ ਤੁਸੀਂ ਦੇਖਿਆ ਹੋਵੇਗਾ। ਕ੍ਰਿਕਟ ਮੈਚ ਦੌਰਾਨ ਹਰ ਓਵਰ ਤੋਂ ਬਾਅਦ ਓਵਰਸ ਅਤੇ ਦੌੜਾਂ ਦੇ ਸੰਬੰਧ ਨੂੰ ਇੱਕ ਗ੍ਰਾਫ ਰਾਹੀਂ ਕੁਝ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ। ਇੱਕ ਗ੍ਰਾਫ ਨੂੰ ਬਣਾਉਣ ਲਈ ਦੋ ਧੁਰੇ ਬਣਾਏ ਗਏ ਹਨ, x ਐਕਸਿਸ ਅਤੇ y ਐਕਸਿਸ। x ਐਕਸਿਸ ਉੱਤੇ ਇੰਡੀਪੈਂਡੈਂਟ ਵੇਰੀਏਬਲ ਯਾਨੀ ਸੁਤੰਤਰ ਚਰ ਦਰਸਾਇਆ ਜਾਂਦਾ ਹੈ। y ਐਕਸਿਸ ਉੱਤੇ ਡਿਪੈਂਡੈਂਟ ਵੇਰੀਏਬਲ ਯਾਨੀ ਨਿਰਭਰ ਚਰ ਦਰਸਾਇਆ ਜਾਂਦਾ ਹੈ। ਦੂਰੀ ਸਮਾਂ ਗ੍ਰਾਫ ਬਣਾਉਣ ਲਈ ਸਮਾਂ ਨਿਰਭਰ ਚਰ ਹੋਣ ਕਾਰਨ x ਐਕਸਿਸ ਤੇ ਪਲਾਟ ਕੀਤਾ ਜਾਂਦਾ ਹੈ ਅਤੇ y ਐਕਸਿਸ ਤੇ ਦੂਰੀ ਨਿਰਭਰ ਚਰ ਹੋਣ ਕਾਰਨ ਪਲਾਟ ਕੀਤਾ ਜਾਂਦਾ ਹੈ। ਆਓ ਅਸੀਂ ਦੂਰੀ ਸਮਾਂ ਗ੍ਰਾਫ ਗਤੀ ਦੀਆਂ ਤਿੰਨ ਕਿਸਮਾਂ ਲਈ ਵਸਤੂ ਦੀ ਵਿਰਾਮ ਅਵਸਥਾ ਲਈ, ਇੱਕ ਸਮਾਨ ਗਤੀ ਲਈ ਅਤੇ ਅਸਮਾਨ ਗਤੀ ਲਈ ਬਣਾਈਏ ਅਤੇ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਇਸ ਨੂੰ ਸਮਝੀਏ। ਵਿਦਿਆਰਥੀਓ, ਵਿਰਾਮ ਅਵਸਥਾ ਤੋਂ ਕੀ ਭਾਵ ਹੈ? ਵਸਤੂ ਵਿਰਾਮ ਅਵਸਥਾ ਵਿੱਚ ਉਦੋਂ ਕਹੀ ਜਾਂਦੀ ਹੈ ਜਦੋਂ ਉਹ ਆਪਣੀ ਸਥਿਤੀ ਸਮੇਂ ਦੇ ਦੌਰਾਨ ਪਰਿਵਰਤਿਤ ਨਹੀਂ ਕਰਦੀ। ਵਿਦਿਆਰਥੀਓ, ਤੁਹਾਡੇ ਆਲੇ ਦੁਆਲੇ ਨਜ਼ਰ ਮਾਰੋ ਅਤੇ ਵੇਖੋ ਕਿਹੜੀਆਂ-ਕਿਹੜੀਆਂ ਵਸਤੂਆਂ ਵਿਰਾਮ ਅਵਸਥਾ ਵਿੱਚ ਹਨ। ਖਿੜਕੀ, ਦਰਵਾਜ਼ਾ, ਕੁਰਸੀ ਆਦਿ। ਆਓ ਇਸ ਸਿਚੁਏਸ਼ਨ ਤੇ ਗ੍ਰਾਫ ਬਣਾਈਏ। ਉਸ ਲਈ ਇੱਕ ਉਦਾਹਰਨ ਲੈਂਦੇ ਹਾਂ। ਇੱਕ ਬੈਂਚ ਆਪਣੀ ਸਥਿਤੀ ਤੇ ਪਿਆ ਹੋਇਆ ਹੈ। ਮੰਨ ਲਓ ਇਹ ਬੈਂਚ ਇੱਕ ਵਿਦਿਆਰਥੀ ਤੋਂ 1 ਮੀਟਰ ਦੂਰੀ ਤੇ ਸਥਿਤ ਹੈ ਅਤੇ ਵੱਧਦੇ ਸਮੇਂ ਦੇ ਦੌਰਾਨ ਇਹ ਬੈਂਚ ਵਿਦਿਆਰਥੀ ਤੋਂ ਆਪਣੀ ਦੂਰੀ ਨਹੀਂ ਬਦਲਦਾ। ਇਸ ਸਿਚੁਏਸ਼ਨ ਦਾ ਦੂਰੀ ਅਤੇ ਸਮੇਂ ਦਾ ਟੇਬਲ ਕੁਝ ਇਸ ਤਰ੍ਹਾਂ ਬਣੇਗਾ। 0 ਸੈਕਿੰਡ ਤੇ ਵਸਤੂ 1 ਮੀਟਰ ਦੂਰੀ ਤੇ ਸੀ। 2 ਸੈਕਿੰਡ ਬਾਅਦ ਵੀ ਵਸਤੂ 1 ਮੀਟਰ ਦੂਰੀ ਤੇ ਹੀ ਰਹੀ। 4 ਸੈਕਿੰਡ ਬਾਅਦ ਅਤੇ 6 ਸੈਕਿੰਡ ਬਾਅਦ ਵੀ ਵਸਤੂ ਨੇ ਆਪਣੀ ਸਥਿਤੀ 1 ਮੀਟਰ ਤੋਂ ਨਹੀਂ ਬਦਲੀ। ਆਓ ਇਸ ਦਾ ਦੂਰੀ ਸਮਾਂ ਗ੍ਰਾਫ ਪਲਾਟ ਕਰੀਏ। 0 ਸੈਕਿੰਡ ਤੇ ਵਸਤੂ ਦੀ ਦੂਰੀ 1 ਮੀਟਰ ਉੱਤੇ ਚਿੰਨ੍ਹ ਲਗਾਓ। 2 ਸੈਕਿੰਡ ਸਮੇਂ ਤੇ ਵਸਤੂ ਦੀ ਦੂਰੀ 1 ਮੀਟਰ। 4 ਸੈਕਿੰਡ ਤੇ ਫਿਰ ਵਸਤੂ 1 ਮੀਟਰ ਤੇ ਹੀ ਸੀ। 6 ਸੈਕਿੰਡ ਤੇ ਵੀ ਵਸਤੂ ਦੀ ਦੂਰੀ ਨੂੰ 1 ਮੀਟਰ ਤੇ ਅੰਕਿਤ ਕਰੋ। ਇਹਨਾਂ ਡਾਟਸ ਨੂੰ ਮਿਲਾ ਕੇ ਇੱਕ ਰੇਖਾ ਦੁਆਰਾ ਸਾਡੇ ਕੋਲ ਵਸਤੂ ਦੀ ਵਿਰਾਮ ਅਵਸਥਾ ਲਈ ਗ੍ਰਾਫ ਆ ਜਾਵੇਗਾ। ਵਿਦਿਆਰਥੀਓ, ਇਸ ਗ੍ਰਾਫ ਤੋਂ ਸਾਨੂੰ ਕੀ ਪਤਾ ਚੱਲਦਾ ਹੈ? ਇਸ ਗ੍ਰਾਫ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਕਿਸੇ ਵਸਤੂ ਦੀ ਵਿਰਾਮ ਅਵਸਥਾ ਲਈ ਦੂਰੀ ਸਮਾਂ ਗ੍ਰਾਫ ਸਮਾਂ ਧੁਰੇ ਦੇ ਸਮਾਨਾਂਤਰ ਹੁੰਦਾ ਹੈ। ਆਓ ਹੁਣ ਅਸੀਂ ਇੱਕ ਸਮਾਨ ਗਤੀ ਨੂੰ ਸਮਝੀਏ। ਚਿੱਤਰ ਵਿੱਚ ਦਿਖਾਏ ਅਨੁਸਾਰ ਜਦੋਂ ਕੋਈ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਤਾਂ ਉਸ ਦੀ ਗਤੀ ਨੂੰ ਇੱਕ ਸਮਾਨ ਗਤੀ ਕਹਿੰਦੇ ਹਨ। ਆਓ ਕਿਸੇ ਵਸਤੂ ਦੇ ਇੱਕ ਸਮਾਨ ਗਤੀ ਵਿੱਚ ਹੋਣ ਦਾ ਗ੍ਰਾਫ ਬਣਾਈਏ। ਉਦਾਹਰਨ ਦੇ ਤੌਰ ਤੇ ਇੱਕ ਵਿਦਿਆਰਥੀ
ਅਗਰ ਹਰ 2 ਸੈਕਿੰਡ ਵਿੱਚ 1 ਮੀਟਰ ਦੀ ਦੂਰੀ ਤੈਅ ਕਰ ਰਿਹਾ ਹੈ ਤਾਂ ਉਹ ਇੱਕ ਸਮਾਨ ਗਤੀ ਵਿੱਚ ਹੈ। ਅਗਰ ਇਸ ਦਾ ਟੇਬਲ ਬਣਾਇਆ ਜਾਵੇ ਤਾਂ ਉਹ ਇਸ ਪ੍ਰਕਾਰ ਹੋਵੇਗਾ। 0 ਸੈਕਿੰਡ ਸਮੇਂ ਤੇ ਵਿਦਿਆਰਥੀ ਦੀ ਦੂਰੀ 0 ਮੀਟਰ ਸੀ ਕਿਉਂਕਿ ਉਹ ਆਪਣੀ ਸਥਿਤੀ ਤੋਂ ਚੱਲਿਆ ਨਹੀਂ ਸੀ। ਇਸ ਨੂੰ ਗ੍ਰਾਫ ਉੱਤੇ ਪਹਿਲੇ ਬਿੰਦੂ ਨਾਲ ਅੰਕਿਤ ਕੀਤਾ ਗਿਆ ਹੈ। 2 ਸੈਕਿੰਡ ਬਾਅਦ ਵਿਦਿਆਰਥੀ ਦੀ ਦੂਰੀ 1 ਮੀਟਰ ਸੀ ਜਿਸ ਨੂੰ ਗ੍ਰਾਫ ਉੱਤੇ ਦੂਸਰੇ ਬਿੰਦੂ ਨਾਲ ਅੰਕਿਤ ਕੀਤਾ ਗਿਆ ਹੈ। ਕੁੱਲ 4 ਸੈਕਿੰਡ ਬਾਅਦ ਵਿਦਿਆਰਥੀ 2 ਮੀਟਰ ਤੇ ਸੀ ਜਿਸ ਨੂੰ ਤੀਸਰੇ ਬਿੰਦੂ ਨਾਲ ਅੰਕਿਤ ਕੀਤਾ ਗਿਆ ਹੈ ਅਤੇ 6 ਸੈਕਿੰਡ ਬਾਅਦ ਵਿਦਿਆਰਥੀ 3 ਮੀਟਰ ਤੇ ਸੀ ਜਿਸ ਨੂੰ ਚੌਥੇ ਬਿੰਦੂ ਨਾਲ ਅੰਕਿਤ ਕੀਤਾ ਗਿਆ ਹੈ। ਇਹਨਾਂ ਬਿੰਦੂਆਂ ਨੂੰ ਮਿਲਾ ਕੇ ਸਾਨੂੰ ਕੀ ਮਿਲਿਆ? ਇਹਨਾਂ ਬਿੰਦੂਆਂ ਨੂੰ ਮਿਲਾਉਣ ਉਪਰੰਤ ਸਾਨੂੰ ਇੱਕ ਸਿੱਧੀ ਰੇਖਾ ਪ੍ਰਾਪਤ ਹੋਈ। ਇਸ ਤੋਂ ਕੀ ਸਿੱਧ ਹੁੰਦਾ ਹੈ? ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਦੂਰੀ ਸਮਾਂ ਗ੍ਰਾਫ ਵਿੱਚ ਇੱਕ ਸਿੱਧੀ ਰੇਖਾ ਇੱਕ ਸਮਾਨ ਗਤੀ ਨੂੰ ਦਰਸਾਉਂਦੀ ਹੈ। ਵਿਦਿਆਰਥੀਓ, ਅਸੀਂ ਦੂਰੀ ਸਮਾਂ ਗ੍ਰਾਫ ਵਿਰਾਮ ਅਵਸਥਾ ਲਈ ਅਤੇ ਇੱਕ ਸਮਾਨ ਗਤੀ ਲਈ ਬਣਾਇਆ। ਕੀ ਤੁਹਾਨੂੰ ਪਤਾ ਹੈ ਕਿ ਦੂਰੀ ਸਮਾਂ ਗ੍ਰਾਫ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਦੂਰੀ ਸਮਾਂ ਗ੍ਰਾਫ ਦੀ ਢਲਾਨ ਵਸਤੂ ਦੀ ਚਾਲ ਦੇ ਬਰਾਬਰ ਹੁੰਦੀ ਹੈ। ਜੇਕਰ ਅਸੀਂ ਦੂਰੀ ਦੀ ਥਾਂ ਤੇ ਵਿਸਥਾਪਨ ਲਿਖ ਦਿੰਦੇ ਹਾਂ ਤਾਂ ਇਹ ਗ੍ਰਾਫ ਬਣ ਜਾਂਦਾ ਹੈ ਵਿਸਥਾਪਨ ਸਮਾਂ ਗ੍ਰਾਫ, ਜਿਸ ਦੀ ਢਲਾਨ ਵਸਤੂ ਦੇ ਵੇਗ ਦੇ ਬਰਾਬਰ ਹੁੰਦੀ ਹੈ। ਆਓ ਢਲਾਨ ਜਾਂ ਸਲੋਪ ਨੂੰ ਇਹਨਾਂ ਚਿੱਤਰਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਸਮਝੀਏ। ਤੁਸੀਂ ਦੇਖ ਰਹੇ ਹੋ ਲਾਲ ਰੰਗ ਦੀ ਜੋ ਗੇਂਦ ਇੱਕ ਸਤ੍ਹਾ ਤੇ ਉੱਪਰ ਤੋਂ ਥੱਲੇ ਵੱਲ ਨੂੰ ਰਿੜ ਰਹੀ ਹੈ। ਜਿਸ ਸਤ੍ਹਾ ਤੇ ਉਹ ਰਿੜ ਰਹੀ ਹੈ ਉਸ ਸਤ੍ਹਾ ਨੂੰ ਢਲਾਨ ਜਾਂ ਸਲੋਪ ਕਹਿੰਦੇ ਹਨ। ਵਿਦਿਆਰਥੀਓ, ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਢਲਾਨ ਸ਼ਬਦ ਦਾ ਪ੍ਰਯੋਗ ਹੋਇਆ ਹੈ। ਹੁਣ ਅਸੀਂ ਦੇਖਦੇ ਹਾਂ ਕਿ ਇਹ ਢਲਾਨ ਸ਼ਬਦ ਦਾ ਮਤਲਬ ਕੀ ਹੈ ਅਤੇ ਇਹ ਕਿਹੜੇ ਘਟਕਾਂ ਉੱਤੇ ਨਿਰਭਰ ਕਰਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਤੇ ਜਾਂ ਕਾਰਡਬੋਰਡ ਦੀ ਮਦਦ ਨਾਲ ਮੈਂ ਇਸ ਨੂੰ ਇੱਕ ਤ੍ਰਿਕੋਣ ਵਿੱਚ ਕੱਟਿਆ ਹੈ, ਜਿਹਨੂੰ ਆਪਾਂ ਤ੍ਰਿਭੁਜ ਵੀ ਕਹਿੰਦੇ ਹਾਂ ਗਣਿਤ ਦੇ ਵਿੱਚ। ਇਸ ਤ੍ਰਿਭੁਜ ਦੇ 3 ਭੁਜਾਵਾਂ ਹਨ, 3 ਸਾਈਡਸ ਹਨ। ਇਹਦੀ ਜਿਹੜੀ ਨੀਚੇ ਵਾਲੀ ਸਾਈਡ ਹੈ ਇਸ ਨੂੰ ਆਧਾਰ ਕਿਹਾ ਜਾਂਦਾ ਹੈ ਜਾਂ ਬੇਸ ਕਿਹਾ ਜਾਂਦਾ ਹੈ। ਆ ਖੜੀ ਸਾਈਡ ਨੂੰ ਲੰਬ ਕਿਹਾ ਜਾਂਦਾ ਹੈ ਅਗਰ ਇਹ ਸਾਈਡ ਆਧਾਰ ਦੇ 90 ਡਿਗਰੀ ਕੋਣ ਦੇ ਹੈ, ਯਾਨੀ ਕਿ ਆਧਾਰ ਅਤੇ ਲੰਬ ਦੇ ਵਿਚਕਾਰ 90 ਡਿਗਰੀ ਦਾ ਕੋਣ 90 ਡਿਗਰੀ ਦਾ ਕੋਣ ਹੋਣਾ ਚਾਹੀਦਾ ਹੈ। ਇਸ ਸਾਈਡ ਨੂੰ ਕਰਨ ਕਹਿੰਦੇ ਹਾਂ ਜੋ ਕਿ ਢਲਾਨ ਨਾਲ ਪ੍ਰਦਰਸ਼ਿਤ ਕੀਤੀ ਗਈ ਹੈ। ਵਿਦਿਆਰਥੀਓ, ਢਲਾਨ ਦਾ ਤੇ ਲੰਬ ਦਾ ਆਪਸੀ ਕੀ ਸੰਬੰਧ ਹੈ, ਇਸ ਨੂੰ ਦਰਸਾਉਣ ਵਾਸਤੇ ਮੈਂ ਇੱਕ ਛੋਟੀ ਜਿਹੀ ਕਿਰਿਆ ਕਰਨ ਜਾ ਰਿਹਾ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ 2 ਲੱਕੜ ਦੀਆਂ ਫੱਟੀਆਂ ਹਨ ਜਿਨ੍ਹਾਂ ਨੂੰ ਮੈਂ ਕਬਜੇ ਨਾਲ ਜੋੜਿਆ ਹੈ। ਇੱਕ ਸੈੱਲ ਹੈ, 2 ਸਕੇਲ ਨੇ ਮੇਰੇ ਕੋਲ। ਇੱਕ ਸਕੇਲ 30 ਸੈਂਟੀਮੀਟਰ ਦੀ ਲੰਬਾਈ ਦਾ ਹੈ ਅਤੇ ਦੂਸਰਾ ਸਕੇਲ ਮੇਰੇ ਕੋਲ 15 ਸੈਂਟੀਮੀਟਰ ਦੀ ਲੰਬਾਈ ਦਾ ਹੈ। ਮੈਂ ਹੁਣ ਸਭ ਤੋਂ ਪਹਿਲਾਂ ਇਸ ਉੱਤੇ ਇੱਕ ਸੈੱਲ ਨੂੰ ਰੇੜਾਂਗਾ। ਮੈਨੂੰ ਪਤਾ ਹੈ ਕਿ ਜਿਹੜਾ ਇਹ ਸੈੱਲ ਹੈ, ਇਹ ਸੈੱਲ ਜਦੋਂ ਇਹ ਉੱਤੇ ਰਿੜੇਗਾ ਤਾਂ ਇਹ ਇਸ ਦੀ ਗਤੀ ਨੂੰ ਪ੍ਰਦਰਸ਼ਿਤ ਕਰੇਗਾ। ਅਸੀਂ ਜਾਣਦੇ ਹਾਂ ਢਲਾਨ ਅਤੇ ਗਤੀ ਇੱਕੋ ਹੀ ਗੱਲ ਹੈ ਜਦੋਂ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਆ 2 ਫੱਟੀਆਂ ਹਨ, ਦੋਨੋਂ ਫੱਟੀਆਂ ਇਸ ਜਗ੍ਹਾ ਤੇ ਰੱਖੀਆਂ ਗਈਆਂ ਹਨ। ਮੈਂ ਇਹਦੇ ਉੱਤੇ ਸੈੱਲ ਰੱਖਿਆ ਹੈ।
ਹਾਂਜੀ ਦੇਖੋ, ਕੀ ਸੈੱਲ ਇਹਦੇ ਤੇ ਕੋਈ ਗਤੀ ਕਰ ਰਿਹਾ ਹੈ? ਸੈੱਲ ਇਹਦੇ ਤੇ ਗਤੀ ਨਹੀਂ ਕਰ ਰਿਹਾ। ਜਦੋਂ ਸੈੱਲ ਗਤੀ ਨਹੀਂ ਕਰ ਰਿਹਾ, ਕੀ ਕੋਈ ਲੰਬ ਹੈ, ਕੋਈ ਉਚਾਈ ਹੈ? ਨਹੀਂ ਹੈ। ਲੰਬ ਵੀ ਨਹੀਂ ਹੈ ਤਾਂ ਢਲਾਨ ਵੀ ਨਹੀਂ ਹੈ, ਕਿਉਂਕਿ ਗਤੀ ਵੀ ਨਹੀਂ ਹੈ। ਹੁਣ ਮੈਂ ਇਹਦੇ ਉੱਤੇ 15 ਸੈਂਟੀਮੀਟਰ ਇਸ ਨੂੰ ਉੱਪਰ ਚੁੱਕਣ ਲੱਗਾ। ਜਦੋਂ ਮੈਂ ਇਸ ਨੂੰ 15 ਸੈਂਟੀਮੀਟਰ ਉੱਪਰ ਚੁੱਕਿਆ, ਮੈਂ ਹੁਣ ਇਸ ਸੈੱਲ ਨੂੰ ਛੱਡੂੰਗਾ। ਮੈਂ ਦੇਖੂੰਗਾ ਕਿ ਕੀ ਇਹ ਸੈੱਲ ਇਹਦੇ ਤੇ ਗਤੀ ਕਰਦਾ ਹੈ। ਜੇ ਕਰਦਾ ਹੈ ਤਾਂ ਤੇਜ਼ ਗਤੀ ਕਰਦਾ ਹੈ ਕਿ ਹੌਲੀ ਗਤੀ ਕਰਦਾ ਹੈ। ਮੈਂ ਛੱਡਣ ਜਾ ਰਿਹਾ ਹਾਂ। ਇੱਕ ਵਾਰੀ ਫੇਰ ਦੇਖੋਗੇ, ਤੁਸੀਂ ਦੇਖਿਆ ਕਿ ਮੈਂ ਜਦੋਂ ਸੈੱਲ ਨੂੰ ਇਹਦੇ ਉੱਤੇ ਛੱਡਿਆ ਤੇ ਸੈੱਲ ਨੇ ਗਤੀ ਕੀਤੀ, ਜਾਣੀ ਕਿ ਜਦੋਂ ਮੈਂ ਲੰਬ ਵਧਾਇਆ ਤਾਂ ਢਲਾਨ ਵੀ ਵਧੀ, ਕਿਉਂਕਿ ਗਤੀ ਨਜ਼ਰ ਆਈ। ਹੁਣ ਮੈਂ ਇਸ ਦੀ ਲੰਬ ਨੂੰ ਹੋਰ ਉੱਚਾ ਕਰਨ ਜਾ ਰਿਹਾ ਹਾਂ। ਜਦੋਂ ਮੈਂ ਲੰਬ ਨੂੰ 30 ਸੈਂਟੀਮੀਟਰ ਉੱਚਾ ਕੀਤਾ ਤਾਂ ਮੈਂ ਕੀ ਦੇਖਿਆ ਕਿ ਇਸ ਸੈੱਲ ਨੂੰ ਜਦੋਂ ਮੈਂ ਛੱਡਾਂਗਾ ਤੇ ਦੇਖਾਂਗੇ ਕੀ ਹੁੰਦਾ ਹੈ। ਬੇਟੇ ਤੁਸੀਂ ਦੇਖਿਆ, ਸੈੱਲ ਬਹੁਤ ਤੇਜ਼ ਸਪੀਡ ਨਾਲ ਗਤੀ ਕਰ ਰਿਹਾ ਹੈ, ਜਾਣੀ ਕਿ ਅਗਰ ਮੈਂ ਲੰਬ ਵਧਾਇਆ ਤਾਂ ਢਲਾਨ ਵੀ ਵਧੀ। ਇਸ ਤੋਂ ਸਿੱਧ ਹੁੰਦਾ ਹੈ ਕਿ ਜੋ ਲੰਬ ਅਤੇ ਢਲਾਨ ਹੈ ਉਹ ਆਪਸ ਵਿੱਚ ਸਮਾਨ ਅਨੁਪਾਤੀ, ਜਾਣੀ ਕਿ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਢਲਾਨ ਨੂੰ ਰੋਜ਼ਾਨਾ ਜੀਵਨ ਦੀ ਉਦਾਹਰਣ ਨਾਲ ਸਮਝੀਏ। ਅਕਸਰ ਤੁਸੀਂ ਪਾਰਕ ਵਿੱਚ ਵੱਡੇ ਅਤੇ ਛੋਟੇ ਝੂਲੇ ਵੇਖੇ ਹੋਣਗੇ। ਜਿਸ ਜਗ੍ਹਾ ਤੇ ਤੁਸੀਂ ਝੂਲਾ ਲੈਣ ਲਈ ਬੈਠਦੇ ਹੋ ਤੇ ਨੀਚੇ ਵੱਲ ਰਿੜਦੇ ਹੋ, ਉਹ ਝੂਲੇ ਦੀ ਢਲਾਨ ਹੈ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਵੇਖ ਰਹੇ ਹੋ, ਜਿਸ ਝੂਲੇ ਦਾ ਲੰਬ ਜ਼ਿਆਦਾ ਹੈ, ਉਸ ਦੀ ਢਲਾਨ ਵੀ ਜ਼ਿਆਦਾ ਹੁੰਦੀ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਢਲਾਨ ਲੰਬ ਦੇ ਸਿੱਧਾ ਅਨੁਪਾਤੀ ਹੁੰਦੀ ਹੈ। ਢਲਾਨ ਦਾ ਤੇ ਲੰਬ ਦਾ ਆਪਸੀ ਸੰਬੰਧ ਪਤਾ ਕਰਨ ਤੋਂ ਬਾਅਦ ਹੁਣ ਅਸੀਂ ਪਤਾ ਕਰਦੇ ਹਾਂ ਆਧਾਰ ਦਾ ਅਤੇ ਢਲਾਨ ਦਾ ਆਪਸੀ ਕੀ ਸੰਬੰਧ ਹੈ। ਇਸ ਨੂੰ ਵੇਖਣ ਵਾਸਤੇ ਮੈਂ ਇੱਕ ਹੋਰ ਕਿਰਿਆ ਕਰਨ ਜਾ ਰਿਹਾ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇਸ ਕਿਰਿਆ ਦੇ ਵਿੱਚ ਵੀ ਮੇਰੇ ਕੋਲ ਫੱਟੀ ਹੈ, ਲੰਬ ਹੈ ਅਤੇ ਸੈੱਲ ਹੈ। ਮੇਰੇ ਕੋਲ ਇਸ ਲੰਬ ਤੋਂ ਇਸ ਢਲਾਨ ਦਾ ਕੋਈ ਇੱਥੋਂ ਤੱਕ ਆਧਾਰ ਹੈ। ਮੈਂ ਇਸ ਢਲਾਨ ਤੇ ਇੱਕ ਸੈੱਲ ਰੇੜਨ ਜਾ ਰਿਹਾ ਹਾਂ ਅਤੇ ਦੇਖਦਾ ਹਾਂ ਕਿ ਸੈੱਲ ਦੀ ਗਤੀ ਕਿਹੋ ਜਿਹੀ ਹੈ। ਸੈੱਲ ਦੀ ਗਤੀ ਹੀ ਨੋਟ ਕਰ ਲਈ। ਮੈਂ ਹੁਣ ਇਸ ਨੂੰ ਇਸ ਤਰਫ ਲੈ ਗਿਆ। ਲੰਬ ਬੇਟਾ ਉਨਾ ਹੀ ਹੈ, ਲੇਕਿਨ ਧਿਆਨ ਨਾਲ ਦੇਖੋ ਆਧਾਰ ਜਿਹੜਾ ਹੈ ਉਹ ਘਟ ਗਿਆ ਹੈ। ਪਹਿਲਾਂ ਏਡਾ ਲੰਬਾ ਆਧਾਰ ਸੀ ਬੇਟੇ, ਹੁਣ ਆਧਾਰ ਇੰਨਾ ਰਹਿ ਗਿਆ ਹੈ। ਜਦੋਂ ਇਸ ਆਧਾਰ ਦੇ ਉੱਤੇ ਮੈਂ ਸੈੱਲ ਨੂੰ ਰੇੜਦਾ ਹਾਂ ਅਤੇ ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਸੈੱਲ ਦੀ ਗਤੀ ਵੱਧਦੀ ਹੈ ਕਿ ਘਟਦੀ ਹੈ। ਦੇਖੋ ਸੈੱਲ ਦੀ ਗਤੀ ਪਹਿਲਾਂ ਨਾਲੋਂ ਵੱਧ ਗਈ ਹੈ, ਜਾਣੀ ਕਿ ਅਗਰ ਮੈਂ ਆਧਾਰ ਨੂੰ ਘਟਾ ਦਿੱਤਾ ਤਾਂ ਢਲਾਨ ਜੋ ਹੈ ਉਹ ਵੱਧ ਗਈ, ਕਿਉਂਕਿ ਸੈੱਲ ਦੀ ਗਤੀ ਵੀ ਵੱਧ ਗਈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਆਧਾਰ ਅਤੇ ਢਲਾਨ ਆਪਸੀ ਉਲਟ ਅਨੁਪਾਤ ਦੇ ਵਿੱਚ ਹਨ, ਜਾਣੀ ਕਿ ਆਧਾਰ ਵਧੇਗਾ ਤਾਂ ਢਲਾਨ ਘਟੇਗੀ, ਆਧਾਰ ਘਟੇਗਾ ਤਾਂ ਢਲਾਨ ਵਧੇਗੀ। ਜਿਵੇਂ ਕਿ ਤੁਸੀਂ ਕਿਰਿਆਵਾਂ ਵਿੱਚ ਦੇਖਿਆ, ਢਲਾਨ ਲੰਬ ਅਤੇ ਆਧਾਰ ਤੇ ਨਿਰਭਰ ਕਰਦੀ ਹੈ। ਢਲਾਨ ਲੰਬ ਦੇ ਯਾਨੀ ਕਿ ਪਰਪੈਂਡੀਕੂਲਰ ਦੇ ਸਿੱਧਾ ਅਨੁਪਾਤੀ ਹੁੰਦੀ ਹੈ ਅਤੇ ਆਧਾਰ ਦੇ ਬੇਸ ਦੇ ਉਲਟਾ ਅਨੁਪਾਤੀ ਹੁੰਦੀ ਹੈ। ਇਸ ਨਾਲ ਸਾਡੇ ਕੋਲ ਢਲਾਨ ਦਾ ਸੂਤਰ ਆਇਆ, ਢਲਾਨ ਬਰਾਬਰ ਲੰਬ ਬਟਾ ਆਧਾਰ। ਹੁਣ ਤੁਸੀਂ ਗੌਰ ਨਾਲ ਗ੍ਰਾਫ ਵੱਲ ਵੇਖੋ। AB ਢਲਾਨ ਦਾ ਲੰਬ ਹੈ BC
ਅਤੇ ਆਧਾਰ ਹੈ AC। ਲੰਬ BC ਦਾ ਮਾਨ ਪ੍ਰਾਪਤ ਕਰਨ ਲਈ ਅਸੀਂ y-axis ਤੇ ਦੂਰੀ ਦਾ ਮੂਲ ਪਤਾ ਕਰਾਂਗੇ ਅਤੇ AC ਦਾ ਮਾਨ ਪਤਾ ਕਰਨ ਲਈ ਅਸੀਂ ਸਮੇਂ x-axis ਦੇ ਉੱਤੇ ਸਮੇਂ ਦਾ ਮਾਨ ਪ੍ਰਾਪਤ ਕਰਾਂਗੇ। ਢਲਾਨ ਬਰਾਬਰ BC ਬਟਾ AC ਜਾਂ ਫਿਰ ਦੂਰੀ ਬਟਾ ਸਮਾਂ। ਵਿਦਿਆਰਥੀਓ, ਤੁਸੀਂ ਇਹ ਪਹਿਲਾਂ ਹੀ ਪੜ੍ਹ ਚੁੱਕੇ ਹੋ ਕਿ ਦੂਰੀ ਬਟਾ ਸਮਾਂ ਕਿਸ ਦਾ ਸੂਤਰ ਹੁੰਦਾ ਹੈ? ਜੀ ਹਾਂ, ਚਾਲ ਦਾ। ਇਸੇ ਲਈ ਦੂਰੀ ਸਮਾਂ ਗ੍ਰਾਫ ਦੀ ਢਲਾਨ ਸਾਨੂੰ ਚਾਲ ਦਾ ਮਾਨ ਦਿੰਦੀ ਹੈ। ਅਗਰ ਦੂਰੀ ਸਮਾਂ ਗ੍ਰਾਫ ਦੀ ਜਗ੍ਹਾ ਵਿਸਥਾਪਨ ਸਮਾਂ ਗ੍ਰਾਫ ਬਣਾਇਆ ਜਾਏ ਤਾਂ ਉਸ ਦੀ ਢਲਾਨ ਬਰਾਬਰ ਹੋਵੇਗੀ ਵੇਗ ਦੇ। ਜਿਵੇਂ ਕਿ ਅਸੀਂ ਹੁਣ ਤੱਕ ਇੱਕ ਸਮਾਨ ਗਤੀ ਦਾ ਗ੍ਰਾਫ ਅਤੇ ਢਲਾਨ ਦਾ ਸੂਤਰ ਜਾਣ ਚੁੱਕੇ ਹਾਂ, ਆਓ ਹੁਣ ਇਹਨਾਂ ਦੋਨਾਂ ਦੀ ਸਹਾਇਤਾ ਨਾਲ ਕਿਸੇ ਵਸਤੂ ਦਾ ਵੇਗ ਪਤਾ ਕਰੀਏ। ਮੰਨ ਲਓ ਦਿੱਤੇ ਹੋਏ ਗ੍ਰਾਫ ਵਿੱਚ A ਬਿੰਦੂ ਤੇ ਬੋਡੀ ਨੇ ਕਿੰਨੀ ਦੂਰੀ ਤੈਅ ਕੀਤੀ ਹੈ? A ਬਿੰਦੂ ਤੱਕ ਵਸਤੂ ਨੇ 3 ਮੀਟਰ ਦੀ ਦੂਰੀ ਤੈਅ ਕੀਤੀ ਹੈ। ਇਹ ਦੂਰੀ ਤੈਅ ਕਰਨ ਲਈ ਵਸਤੂ ਨੇ ਕਿੰਨਾ ਸਮਾਂ ਲਿਆ ਹੈ? ਇਸ ਦੂਰੀ ਨੂੰ ਤੈਅ ਕਰਨ ਲਈ ਵਸਤੂ ਨੇ 6 ਸੈਕਿੰਡ ਦਾ ਸਮਾਂ ਲਿਆ ਹੈ। ਇਹਨਾਂ ਦੋਨਾਂ ਦਾ ਮਾਨ ਜਦੋਂ ਅਸੀਂ ਹੇਠਾਂ ਦਿੱਤੇ ਸੂਤਰ 'ਚ ਭਰਦੇ ਹਾਂ ਤਾਂ ਸਾਨੂੰ 0.5 ਮੀਟਰ ਪ੍ਰਤੀ ਸੈਕਿੰਡ ਢਲਾਨ ਦਾ ਮਾਨ ਪ੍ਰਾਪਤ ਹੋ ਜਾਂਦਾ ਹੈ। ਹੁਣ ਤੁਸੀਂ ਧਿਆਨ ਨਾਲ ਦੇਖੋ, ਵਸਤੂ ਦੀ ਢਲਾਨ ਹੀ ਉਸ ਦੀ ਚਾਲ ਹੁੰਦੀ ਹੈ। ਇਸ ਦਾ ਮਤਲਬ ਵਸਤੂ ਦੀ ਚਾਲ ਕਿੰਨੀ ਹੈ? 0.5 ਮੀਟਰ ਪ੍ਰਤੀ ਸੈਕਿੰਡ। ਜਿਵੇਂ ਕਿ ਤੁਸੀਂ ਵੇਖਿਆ ਸੀ ਕਿ ਦੂਰੀ ਸਮਾਂ ਗ੍ਰਾਫ ਦੀ ਢਲਾਨ ਵਸਤੂ ਦੀ ਚਾਲ ਦੇ ਬਰਾਬਰ ਹੁੰਦੀ ਹੈ, ਸੋ ਜਿਸ ਵਸਤੂ ਦਾ ਗ੍ਰਾਫ ਦਿੱਤਾ ਗਿਆ ਹੈ ਉਸ ਦੀ ਚਾਲ 0.5 ਮੀਟਰ ਪ੍ਰਤੀ ਸੈਕਿੰਡ ਹੈ। ਵਸਤੂ ਨੂੰ ਅਸਮਾਨ ਗਤੀ ਵਿੱਚ ਉਦੋਂ ਕਿਹਾ ਜਾਂਦਾ ਹੈ ਜਦੋਂ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਨਹੀਂ ਕਰਦੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅਸਮਾਨ ਗਤੀ ਦਾ ਦੂਰੀ ਸਮਾਂ ਗ੍ਰਾਫ ਆਰੇਖੀ ਯਾਨੀ ਕਿ ਸਿੱਧੀ ਰੇਖਾ ਨਹੀਂ ਆਵੇਗਾ। ਵਿਦਿਆਰਥੀਓ, ਅਸੀਂ ਦੂਰੀ ਸਮਾਂ ਗ੍ਰਾਫ ਗਤੀ ਦੀਆਂ ਤਿੰਨੋਂ ਕਿਸਮਾਂ ਲਈ, ਵਿਰਾਮ ਅਵਸਥਾ ਲਈ, ਅਸਮਾਨ ਗਤੀ ਲਈ ਅਤੇ ਇੱਕ ਸਮਾਨ ਗਤੀ ਲਈ ਬਣਾ ਚੁੱਕੇ ਹਾਂ। ਆਓ ਹੁਣ ਇਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਹੀ ਉਦਾਹਰਨ ਦੇ ਨਾਲ ਇੱਕ ਹੀ ਗ੍ਰਾਫ ਤੇ ਇਹਨਾਂ ਸਾਰਿਆਂ ਨੂੰ ਪ੍ਰਦਰਸ਼ਿਤ ਕਰੀਏ ਅਤੇ ਸਮਝੀਏ। ਜਦੋਂ ਇੱਕ ਬਾਲ ਹਿੱਟ ਹੋ ਰਹੀ ਹੈ, ਹਿੱਟ ਹੋਣ ਤੋਂ ਪਹਿਲਾਂ ਉਹ ਵਿਰਾਮ ਅਵਸਥਾ ਵਿੱਚ ਹੈ। ਹਿੱਟ ਹੋਣ ਤੇ ਉਹ ਅਸਮਾਨ ਗਤੀ ਵਿੱਚ ਆਈ ਅਤੇ ਹਿੱਟ ਹੋਣ ਤੋਂ ਬਾਅਦ ਉਸ ਇੱਕ ਸਮਾਨ ਗਤੀ ਨਾਲ ਚੱਲ ਰਹੀ ਹੈ। ਤੁਸੀਂ ਇਸ ਦਾ ਦੂਰੀ ਸਮਾਂ ਗ੍ਰਾਫ ਦੇਖ ਸਕਦੇ ਹੋ। ਵਿਦਿਆਰਥੀਓ, ਅਸੀਂ ਕੀ ਸਿੱਖਿਆ? ਆਓ ਇਸ ਦੀ ਇੱਕ ਵਾਰ ਦੁਹਰਾਈ ਕਰ ਲਈਏ। ਪ੍ਰਸ਼ਨ ਨੰਬਰ 1, ਕਿਸੇ ਵਸਤੂ ਦੇ ਇੱਕ ਸਮਾਨ ਅਤੇ ਅਸਮਾਨ ਗਤੀ ਲਈ ਦੂਰੀ ਸਮਾਂ ਗ੍ਰਾਫ ਦੀ ਦਿੱਖ ਕਿਹੋ ਜਿਹੀ ਹੁੰਦੀ ਹੈ? ਵਿਦਿਆਰਥੀਓ, ਚਿੱਤਰ ਦੇ ਵਿੱਚ ਦਿਖਾਏ ਅਨੁਸਾਰ ਇੱਕ ਸਮਾਨ ਗਤੀ ਲਈ ਦੂਰੀ ਸਮਾਂ ਗ੍ਰਾਫ ਇੱਕ ਸਿੱਧੀ ਰੇਖਾ ਵਿੱਚ ਹੁੰਦਾ ਹੈ। ਅਸਮਾਨ ਗਤੀ ਲਈ ਦੂਰੀ ਸਮਾਂ ਗ੍ਰਾਫ ਆਰੇਖੀ ਜਾਂ ਸਿੱਧੀ ਰੇਖਾ ਵਿੱਚ ਨਹੀਂ ਹੁੰਦਾ। ਬਿਲਕੁਲ ਸਹੀ। ਪ੍ਰਸ਼ਨ ਨੰਬਰ 2, ਉਸ ਵਸਤੂ ਦੀ ਗਤੀ ਦੇ ਸੰਬੰਧ ਵਿੱਚ ਤੁਸੀਂ ਕੀ ਕਹਿ ਸਕਦੇ ਹੋ ਜਿਸ ਦਾ ਦੂਰੀ ਸਮਾਂ ਗ੍ਰਾਫ
ਸਮਾਂ ਤੁਰੇ ਦੇ ਸਮਾਨਾਂਤਰ ਇੱਕ ਸਰਲ ਰੇਖਾ ਹੋਵੇ। ਇਹ ਤਾਂ ਸਾਡੇ ਵਿਦਿਆਰਥੀ ਅੱਜ ਦੇ ਟੌਪਿਕ ਵਿੱਚ ਸਮਝ ਚੁੱਕੇ ਹੋਣਗੇ ਕਿ ਜਦੋਂ ਕੋਈ ਵਸਤੂ ਵਿਰਾਮ ਅਵਸਥਾ ਵਿੱਚ ਹੁੰਦੀ ਹੈ ਤਾਂ ਉਸ ਵਕਤ ਉਹਦਾ ਦੂਰੀ ਸਮਾਂ ਗ੍ਰਾਫ ਇੱਕ ਸਿੱਧੀ ਰੇਖਾ ਵਿੱਚ ਬਣਦਾ ਹੈ ਜੋ ਕਿ ਸਮਾਂ ਤੁਰੇ ਦੇ ਸਮਾਨਾਂਤਰ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਉਮੀਦ ਹੈ ਕਿ ਇਸ ਲੈਕਚਰ ਰਾਹੀਂ ਤੁਹਾਨੂੰ ਇਹ ਪਤਾ ਲੱਗ ਗਿਆ ਹੋਣਾ ਹੈ ਕਿ ਦੂਰੀ ਸਮਾਂ ਗ੍ਰਾਫ ਅਤੇ ਵਿਸਥਾਪਨ ਸਮਾਂ ਗ੍ਰਾਫ ਕਿਸੇ ਵੀ ਵਸਤੂ ਦੇ ਵਿਰਾਮ ਅਵਸਥਾ ਲਈ, ਇੱਕ ਸਮਾਨ ਗਤੀ ਲਈ ਅਤੇ ਅਸਮਾਨ ਗਤੀ ਲਈ ਕਿਵੇਂ ਬਣਾਇਆ ਜਾਂਦਾ ਹੈ। ਅਸੀਂ ਅੱਜ ਇਹ ਵੀ ਸਿੱਖ ਲਿਆ ਹੈ ਕਿ ਦੂਰੀ ਸਮਾਂ ਗ੍ਰਾਫ ਤੋਂ ਕਿਸ ਤਰੀਕੇ ਨਾਲ ਅਸੀਂ ਚਾਲ ਪਤਾ ਕਰਦੇ ਹਾਂ ਅਤੇ ਵਿਸਥਾਪਨ ਸਮਾਂ ਗ੍ਰਾਫ ਤੋਂ ਵੇਗ ਪਤਾ ਕਰਦੇ ਹਾਂ। ਦੋਨਾਂ ਗ੍ਰਾਫਾਂ ਦੇ ਵਿੱਚ ਜੋ ਢਲਾਨ ਜਾਂ ਸਲੋਪ ਹੋਏਗੀ ਉਹ ਚਾਲ ਜਾਂ ਵੇਗ ਹੋਏਗਾ। ਧੰਨਵਾਦ।